ਮੇਅਰ ਸਾਹਿਬ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਉਹ ਵੀ ਟਿਕਟ ਦੀ ਚਾਹਵਾਨ ਸੀ। ਸੁਨੀਲ ਦੱਤੀ ਜੀ ਨੂੰ ਟਿਕਟ ਮਿਲੀ ਹੈ ਤੇ ਸ਼ਾਇਦ ਪਾਰਟੀ ਨੂੰ ਉਹਦੇ ਚ ਗੁਣ ਲੱਭਾ ਹੀ ਹੋਵੇਗਾ ਤਾਂ ਹੀ ਦਿੱਤੀ। ਦੱਤੀ ਜੀ ਨਾਲ ਜਾਂ ਸੋਨੂ ਦੱਤੀ ਜੀ ਨਾਲ ਕਈ ਧਾਰਮਿਕ ਪ੍ਰੋਗਰਾਮਾਂ ਦੇ ਉੱਤੇ ਕਦੇ ਪੂੜੀਆਂ ਤੇ ਕਦੇ ਚਾਹ ਦੇ ਲੰਗਰ ਵੀ ਟੁੱਟਦੇ ਨਜ਼ਰ ਆ ਰਹੇ ਜੇ। ਫਿਰ ਕੀਤਾ ਇਹ ਦੋ ਗੱਲਾਂ ਦਾ ਕੋਈ ਸੁਮੇਲ ਨਹੀਂ ਹੁੰਦਾ। ਉਹਨਾਂ ਨੇ 5 ਸਾਲ ਵਾਕਈ ਉਹਨਾਂ ਨੇ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ ਮੇਰੇ ਨਾਲ। ਅਨਿਲ ਜੋਸ਼ੀ ਆਪਣੇ ਮੂੰਹ ਹਰ ਇੰਟਰਵਿਊ ਵਿੱਚ ਕਹਿੰਦੇ ਨੇ ਕਿ ਮੈਨੂੰ ਮੇਰੇ ਆਪਣਿਆਂ ਨੇ ਮਾਰਿਆ। ਸਾਹਿਬ ਦਾ ਮੈਂ ਸਾਥ ਫੜ ਲਿਆ ਵਾ, ਮੈਂ ਨਿੱਤਰ ਕੇ ਸਾਹਮਣੇ ਆਇਆ। ਹੁਣ ਜਿਹੜੇ 8-10 ਦੂਜੇ ਕਾਉਂਸਲਰ ਆ ਉਹ ਬਗਾਵਤ ਕਰਨਗੇ, ਅੰਦਰ ਖਾਤੇ ਕਰਨਗੇ, ਇਹਦੇ ਨਾਲੋਂ ਬਿਹਤਰ ਆ। ਬੜੀ ਵੱਡੀ ਗੱਲ ਕਹਿ ਰਹੇ ਤੁਸੀਂ ਕੈਮਰੇ 'ਚ ਕਿਉਂ ਅੰਦਰ ਖਾਤੇ ਬਗਾਵਤ ਕਰਨਗੇ। ਬੜੀ ਵੱਡੀ ਗੱਲ ਕਹਿ ਰਹੇ ਤੁਸੀਂ ਕੈਮਰੇ 'ਚ ਕਿਉਂ ਅੰਦਰ ਖਾਤੇ ਬਗਾਵਤ ਕਰਨਗੇ। ਬੜੀ ਵੱਡੀ ਗੱਲ ਕਹਿ ਰਹੇ ਤੁਸੀਂ ਕੈਮਰੇ 'ਚ ਕਿਉਂ ਅੰਦਰ ਖਾਤੇ ਬਗਾਵਤ ਕਰਨਗੇ। ਆ ਗਿਆ ਨਾ ਲੈ ਕੇ ਦੱਸ ਸਕਦੇ ਹੋ ਨਾ ਪੁੱਛਣਾ ਨਹੀਂ ਪਬਲਿਕ ਨੂੰ ਪਤਾ ਹੀ ਹੈ, ਤੁਹਾਡੇ ਥਰੂ ਪਬਲਿਕ ਨੂੰ ਪਤਾ। ਮੈਂ ਹੁਣ ਨਵੀਂ ਭਗਤ ਨੂੰ ਕੋਈ ਪੈਸੇ ਦਾ ਲਾਲਚ ਦੇ ਦਿੱਤਾ ਗਿਆ ਜਾਂ ਬੜੇ ਉੱਚ ਅਹੁਦੇ ਦਾ ਲਾਲਚ ਦੇ ਦਿੱਤਾ ਗਿਆ ਤਾਂ ਕਰਕੇ ਛਾਲ ਮਾਰ ਗਿਆ। ਇਹਦੇ ਵਿੱਚ ਕਿੰਨੀ ਕਿਸੇ ਚਾਹੀਦੀ ਨਹੀਂ ਅਸੀਂ ਕਾਂਗਰਸੀ ਨਾਲ ਗੱਲ ਕਰ ਰਹੇ ਹਾਂ, ਅੱਜ ਅਸੀਂ ਨਾਮ ਨਹੀਂ ਲਵਾਂਗੇ। ਉਹਨਾਂ ਦਾ ਕਹਿਣਾ ਸੀ ਕਿ ਨਵੀਂ ਭਗਤ ਨੇ 5 ਸਾਲ ਮਲਾਈ ਦਿਖਾ ਲਈ ਹੈ, ਹੁਣ ਸਾਥ ਦੇਣ ਦਾ ਟਾਈਮ ਆਇਆ। ਐਮਐਲਏ ਸਾਹਿਬ ਤੇ ਉਹਨੇ ਪਲਟਾ ਮਾਰ ਕੇ ਕਰਜ਼ਾ ਚ ਜਾਵੜੇ। ਮੈਂ ਕਦੀ ਮਿਲਿਆ ਨਹੀਂ ਮਲਾਈ ਕੀ ਖਾਣੀ। ਮੈਂ ਕਦੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ AK1। ਅੱਜ ਅਸੀਂ ਪਹੁੰਚੇ ਜੀ ਵਾਰਡ ਨੰਬਰ 14 ਤੋਂ। ਸਾਡੇ ਨਾਲ ਮੌਜੂਦ ਨੇ ਜੀ ਕਾਉਂਸਲਰ ਸ਼੍ਰੀ ਅਸ਼ਵਨੀ ਕੁਮਾਰ, ਜੋ ਕਿ ਨਵੀਂ ਭਗਤ ਜੀ ਦੇ ਨਾਮ ਨਾਲ ਵੀ ਮਸ਼ਹੂਰ ਨੇ ਆਪਣੇ ਇਸ ਹਲਕੇ ਦੇ ਵਿੱਚ। ਆਪਣੀ ਵਾਰਡ ਦੇ ਵਿੱਚ ਨਵੀਂ ਭਗਤ ਜੀ ਦੇ ਨਾਮ ਨਾਲ ਜਾਣੇ ਜਾਂਦੇ ਨੇ। ਇਹਨਾਂ ਦਾ ਸਬੰਧ ਕਈਆਂ ਸਾਲਾਂ ਤੋਂ ਕਾਂਗਰਸ ਦੇ ਨਾਲ ਸੀ। ਕੁਝ ਵਿਵਾਦਾਂ ਦੇ ਕਰਕੇ ਜਾਂ ਉਸ ਪਾਰਟੀ ਨੂੰ ਕਿਉਂ ਇਹਨਾਂ ਨੇ ਛੱਡਿਆ, ਕੱਲ੍ਹ ਦੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਨੇ ਪੱਲਾ ਫੜ ਲਿਆ ਵਾ। ਸ਼੍ਰੀ ਅਨਿਲ ਜੋਸ਼ੀ ਜੀ ਦੀ ਅਗਵਾਈ ਦੇ ਹੇਠ ਇਹ ਕੱਲ੍ਹ ਇਹਨਾਂ ਰੱਖਾਂਗੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਬੜੀ ਚਰਚਾ ਹੈ ਕੱਲ੍ਹ ਦੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਡਾ ਨਾਮ। ਜੇ ਮੈਂ ਕਹਾਂ ਕਿ ਜੇ ਕਿਸੇ ਨੇ ਨਹੀਂ ਵੀ ਸੁਣਿਆ ਤਾਂ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਭਗਤ ਇੱਕ ਨਾਮ ਜਿਹੜਾ ਉਹ ਬੜਾ ਉੱਚ ਕੱਦ ਦਾ ਨੇਤਾ ਬਣ ਕੇ ਨਿਕਲਿਆ ਵਾ। ਕੀ ਕਾਰਨ ਹੈ ਜੀ ਤੁਸੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਇੱਕਦਮ ਅਕਾਲੀ ਦਲ ਦਾ ਪੱਲਾ ਫੜ ਲਿਆ? ਮੈਂ ਨਵੀਂ ਭਗਤ ਕਾਉਂਸਲਰ ਵਾਰਡ ਨੰਬਰ 14 ਤੋਂ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਸਾਡੇ ਐਮਐਲਏ ਸ਼੍ਰੀ ਸੁਨੀਲ ਦੱਤੀ ਜੀ, ਮੈਂ ਇਹਨਾਂ ਦੇ ਥਰੂ ਹੀ ਕਾਂਗਰਸ 'ਚ ਸ਼ਾਮਲ ਹੋਇਆ ਸੀ। ਕਿਉਂਕਿ ਪਰਿਵਾਰ ਸਾਡਾ ਸ਼ੁਰੂ ਤੋਂ ਕਾਂਗਰਸੀ ਹੈ। ਸਾਡੇ ਪਾਪਾ ਵੀ ਕਾਉਂਸਲਰ ਰਹੇ ਆ, ਉਹ ਵੀ ਕਾਂਗਰਸ ਨਾਲ ਹੀ ਰਹੇ ਆ। ਮੇਰੇ ਖਿਆਲ ਪਿਆਰਾ ਲਾਲ ਸੀ ਤੁਹਾਡੇ ਪਿਤਾ ਜੀ ਦਾ ਨਾਮ ਤੇ 2009 ਤੋਂ 14 ਤੱਕ ਦੇ ਉਹ ਕਾਉਂਸਲਰ ਸਨ ਵਾਰਡ ਨੰਬਰ 14। ਕਾਂਗਰਸ ਪਾਰਟੀ ਦੇ ਸਮਝੋ। ਹਾਂਜੀ ਕਾਂਗਰਸ ਨਾਲ ਹੀ ਰਹੇ ਆ ਜੀ। ਸ਼ੁਰੂ ਤੋਂ ਸਾਡਾ ਪਰਿਵਾਰ ਹੀ ਕਾਂਗਰਸੀ ਹੈ ਤੇ ਸਾਡਾ ਪਰਿਵਾਰ ਸ਼ੁਰੂ ਤੋਂ ਜਾਣਿਆ ਜਾਂਦਾ ਵੀ ਗਰੀਬਾਂ ਦੀ ਹੱਕ ਦੇ ਵਿੱਚ ਹਮੇਸ਼ਾ ਖੜਨਾ, ਹਮੇਸ਼ਾ ਗਰੀਬ ਦਾ ਮਤਲਬ ਗਰੀਬ ਦੀ ਬਾਂਹ ਫੜੀ ਹੈ। ਤੇ ਜਿੱਤੋਂ ਤੋਂ ਬਾਅਦ ਮੈਂ ਆਪਣੇ ਐਮਐਲਏ ਸ਼੍ਰੀ ਸੁਨੀਲ ਦੱਤੀ ਜੀ ਦਾ ਇਹਨਾਂ ਦੇ ਥਰੂ ਹੀ ਮੈਂ ਕਾਂਗਰਸ 'ਚ ਸ਼ਾਮਲ ਹੋਇਆ ਸੀ। ਪਰ ਇਹਨਾਂ ਦਾ ਵਤੀਰਾ ਸਹੀ ਨਹੀਂ ਰਿਹਾ। 5 ਸਾਲ ਮੇਰਾ ਕੋਈ ਇਹਨਾਂ ਨੇ ਕੰਮ ਨਹੀਂ ਕਰਾਇਆ ਤੇ ਮੇਰੇ ਨਾਲ ਇਹਨਾਂ ਦਾ ਵਧੀਆ ਨਹੀਂ ਰਿਹਾ। ਮਤਲਬ ਜੇ ਮੇਰੇ ਜਿੰਨੇ ਵੀ ਕੰਮ ਹੋਏ ਆ ਉਹ ਸਾਰੇ ਕਾਰਪੋਰੇਸ਼ਨ ਥਰੂ ਹੋਏ ਆ। ਇੱਕ ਬਟੋਗਰਾ ਤੁਹਾਨੂੰ ਜਿਹੜਾ ਤੁਹਾਡੇ ਮੁਕਾਬਲੇ ਜਿੱਥੋਂ ਤੱਕ ਮੈਂ ਜਾਣਕਾਰੀ ਰੱਖਦਾ ਬੀਜੇਪੀ ਦੇ ਉੱਤੋਂ ਸੁਭਾਸ਼ ਬੱਬੂ ਜੀ ਸਨ ਤੁਹਾਡੇ ਮੁਕਾਬਲੇ ਦੇ ਉੱਤੇ, ਤੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਤੁਹਾਡੀ ਵਾਰਡ ਦੇ ਵਿੱਚੋਂ ਕਿਤੇ ਐਸਾ ਨਹੀਂ ਸੀ ਉਹਨਾਂ ਦੀ ਨੇੜਤਾ ਜਿਹੜੀ ਸੀ ਸੁਨੀਲ ਦੱਤੀ ਜੀ ਨਾਲ ਸੀ। ਇਹ ਵਜ੍ਹਾ ਸੀ ਕਿ ਤੁਸੀਂ ਆਜ਼ਾਦ ਤੌਰ 'ਤੇ ਲੜ ਕੇ ਉਹਨਾਂ ਨੂੰ ਹਰਾਇਆ ਤੇ ਇਸ ਵਜ੍ਹਾ ਕਰਕੇ ਤੁਹਾਡਾ ਉਹਨਾਂ ਨੇ ਜ਼ਿਆਦਾ ਕੋਈ ਨਹੀਂ ਇੱਦਾਂ ਨਹੀਂ ਸੀ ਹੈਗਾ। ਉਹ ਸਗੋਂ ਸਾਡੇ ਮੇਅਰ ਸਾਹਿਬ ਸ਼੍ਰੀ ਕਰਮਜੀਤ ਸਿੰਘ ਰਿੰਟੂ ਜੀ ਦਾ ਉਹਨਾਂ ਦੀ ਟਿਕਟ ਦਿੱਤੀ ਸੀ। ਉਹਨਾਂ ਦਾ ਬੰਦਾ ਸੀ, ਉਹਨਾਂ ਨੇ ਖਿਲਾਰਿਆ ਸੀ। ਕਿਉਂਕਿ ਮੈਂ ਉਦੋਂ ਟਿਕਟ ਦੀ ਮੰਗ ਹੀ ਨਹੀਂ ਕੀਤੀ। ਮੈਨੂੰ ਤੇ ਆਮ ਪਬਲਿਕ ਨੇ ਪ੍ਰੈਸ਼ਰ ਦੇ ਮਤਲਬ ਯਾਰਾਂ ਦੋਸਤਾਂ ਨੇ ਪਬਲਿਕ ਨੇ ਮੇਰੇ ਨਾਲ ਪਿਆਰ ਕਰਦੇ ਹੀ ਸਾਰੇ ਪਾਪਾ ਦੇ ਵੇਲੇ ਦਾ ਹੀ ਪਿਆਰ ਸੀ ਤੇ ਲੋਕਾਂ ਨੇ ਮੈਨੂੰ ਧੱਕੇ ਨਾਲ ਹੀ ਖਿਲਾਰਿਆ ਤੇ ਆਜ਼ਾਦ ਹੀ ਖਿਲਾਰ ਕੇ ਤੇ ਆਜ਼ਾਦ ਹੀ ਮੈਨੂੰ ਉਹਨਾਂ ਨੇ ਜਿਤਾਤਾ। ਕਿੰਨੀਆਂ ਵੋਟਾਂ ਨਾਲ ਤੁਹਾਡੀ ਸੀ ਜਿਹੜੀ 2018 ਦੇ ਵਿੱਚ ਤੁਹਾਨੂੰ ਲੀਡ ਮਿਲੀ ਸੀ? ਉਦੋਂ ਤਕਰੀਬਨ ਮੇਰਾ ਖਿਆਲ 110-20 ਵੋਟਾਂ ਤੋਂ ਮੈਂ ਜਿੱਤਿਆ ਸੀ। ਆਜ਼ਾਦ ਖਲੋ ਕੇ ਆਜ਼ਾਦ ਜਿੱਤਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਤੁਹਾਡੇ ਪਰਿਵਾਰ ਨਾਲ ਲੋਕਾਂ ਦਾ ਪਿਆਰ ਸੀ ਤੇ ਸ਼ਾਇਦ ਇਹੋ ਕਾਰਨ ਸੀ ਕਿ ਤੁਸੀਂ ਆਜ਼ਾਦ ਇਲੈਕਸ਼ਨ ਲੜ ਕੇ ਵੀ ਜਿੱਤੇ। ਅੱਜ ਅਕਾਲੀ ਦਲ ਦਾ ਪੱਲਾ ਫੜਨ ਦਾ ਕਾਰਨ ਇੱਦਾਂ ਸੀਗਾ ਵੀ ਮੈਂ ਇਕੱਲਾ ਨਹੀਂ, ਅਸੀਂ 7-8 ਕਾਉਂਸਲਰ ਸੀ। ਅਸੀਂ ਪਹਿਲੋਂ ਵੀ ਆਪਣੇ ਹਾਈ ਕਮਾਂਡ ਨੂੰ ਆਪਾਂ ਬੇਨਤੀ ਕੀਤੀ ਸੀ ਵੀ ਜਿਹੜੇ ਸਾਡੇ ਐਮਐਲਏ ਆ ਇਹਨਾਂ ਨੂੰ ਚੇਂਜ ਕੀਤਾ ਜਾਵੇ, ਕਿਉਂਕਿ ਹੋਰ ਬੜੇ ਵਧੀਆ ਹੁਣ ਸਾਡੇ ਮੇਅਰ ਸਾਹਿਬ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਉਹ ਵੀ ਟਿਕਟ ਦੇ ਚਾਹਵਾਨ ਸੀ। ਪਰ ਤੁਸੀਂ ਪਾਰਟੀਆਂ 'ਚ ਕੰਮ ਕਰਦੇ ਜੀ। ਕਾਂਗਰਸ ਪਾਰਟੀ ਦਾ ਇੱਕ ਸੰਵਿਧਾਨਕ ਤਰੀਕਾ ਇਹ ਆ ਕਿ ਉਹ ਗਰਾਊਂਡ ਲੈਵਲ 'ਤੇ ਸਰਵੇ ਕਰਦੀ ਆ। 7 ਜਿਹੜੇ ਵੀ ਉਮੀਦਵਾਰ ਦਾਅਵੇਦਾਰ ਹੁੰਦੇ ਨੇ ਕਿ ਹਲਕੇ 'ਚ ਟਿਕਟ ਲੈਣ ਦਾ ਚਾਹਵਾਨ ਆ, ਉਹਨਾਂ ਸਾਰੇ ਦਾ ਸਰਵੇ ਕਰਕੇ ਉਹਨਾਂ ਸਾਰੇ ਦਾ ਕੱਦ ਵੇਖ ਕੇ ਫਿਰ ਟਿਕਟ ਦਿੱਤੀ ਜਾਂਦੀ ਹੈ। ਜੇ ਸੁਨੀਲ ਦੱਤੀ ਜੀ ਨੂੰ ਟਿਕਟ ਮਿਲੀ ਹੈ ਤਾਂ ਸ਼ਾਇਦ ਪਾਰਟੀ ਨੂੰ ਉਹਦੇ 'ਚ ਕੋਈ ਗੁਣ ਲੱਭਾ ਹੀ ਹੋਵੇਗਾ ਤਾਂ ਹੀ ਦਿੱਤੀ। ਪਤਾ ਨਹੀਂ, ਸਾਡੇ ਪ੍ਰਧਾਨ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਬਹੁਤ ਸਿਆਣੇ ਆ, ਪਰ ਪਤਾ ਨਹੀਂ ਕਿਉਂ ਮੇਰੇ ਖਿਆਲ ਉਹਨਾਂ ਨੇ ਜਿਹੜੇ ਸਿਟਿੰਗ ਐਮਐਲਏ ਹੀ ਜ਼ਿਆਦਾ ਤਕਰੀਬਨ ਸਾਰਿਆਂ ਨੂੰ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ, ਪਰ ਉਹਨਾਂ ਦਾ ਪਿਛੋਕੜ ਨਹੀਂ ਦੇਖਿਆ ਗਿਆ ਵੀ ਉਹਨਾਂ ਨੇ 5 ਸਾਲ ਕੀ ਕੀਤਾ, ਕੰਮ ਕੀਤਾ ਨਹੀਂ ਕੀਤਾ, ਚੰਗਾ ਕੀਤਾ ਮਾੜਾ ਕੀਤਾ। ਇਸੇ ਕਰਕੇ ਇਹ ਚੀਜ਼ ਨੂੰ ਨਜ਼ਰਅੰਦਾਜ਼ ਕੀਤਾ, ਉਹਦੇ ਕਰਕੇ ਹੀ ਸਾਰੇ ਕਾਉਂਸਲਰ ਬਾਗੀ ਹੋ ਗਏ ਆ। ਕਿਉਂਕਿ ਸਾਡੇ 5 ਸਾਲ ਜੇ ਸਾਡੇ ਮੇਅਰ
ਸਰਦਾਰ ਕਰਮਜੀਤ ਸਿੰਘ ਰਿੰਟੂ ਉਹ ਵੀ ਕਾਂਗਰਸ ਨਾਲ ਹੀ ਮਤਲਬ ਸ਼ੁਰੂ ਤੋਂ ਉਹ ਕਾਂਗਰਸ ਪਾਰਟੀ ਨਾਲ ਹੀ ਹੈਗੇ ਆ ਤੇ ਕਾਂਗਰਸ ਪਾਰਟੀ ਨਾਲ ਹੁਣ ਵੀ ਉਹ ਖੜੇ ਆ। ਡੇਢ ਕੁ ਮਹੀਨਾ ਪਹਿਲਾਂ ਸ਼ਾਇਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਸ੍ਰੀ ਰਤੇਸ਼ ਕੁਮਾਰ ਵਾਰਡ ਨੰਬਰ 13 ਜਿਹੜੇ ਕੌਂਸਲਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ, ਉਹਦੇ ਵਿੱਚ ਸ਼ਾਇਦ ਤੁਸੀਂ ਵੀ ਮੌਜੂਦ ਸੀ ਉਸ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ, ਉਹਦੇ ਵਿੱਚ ਤੁਸੀਂ ਸ੍ਰੀ ਐਮਐਲਏ ਸ੍ਰੀ ਦੱਤੀ ਜੀ ਦੇ ਖਿਲਾਫ ਬੋਲਦੇ ਨਜ਼ਰ ਸਾਫ ਹਾਈ ਕਮਾਂਡ ਕੈਂਡੀਡੇਟ ਚੇਂਜ ਕਰਕੇ ਕਿਸੇ ਹੋਰ ਨੂੰ ਟਿਕਟ ਦੇਵੇ, ਅਸੀਂ ਉਹਦੇ ਨਾਲ ਤੁਰਾਂਗੇ। ਬਿਲਕੁਲ ਬਿਲਕੁਲ। ਅੱਜ ਉਹ ਜਿਹੜੇ 7-8 ਕੌਂਸਲਰ ਤੁਹਾਡੇ ਨਾਲ ਸਨ ਕਾਂਗਰਸ ਪਾਰਟੀ ਦੇ, ਉਹਨਾਂ ਦੀ ਕੀ ਸਥਿਤੀ ਹੈ ਇਸ ਟਾਈਮ? ਹੁਣ ਮੈਂ ਤਾਂ ਆਪਣਾ ਜਾਣਦਾ ਜੀ, ਮੈਂ ਤੇ ਉਦੋਂ ਆਪਾਂ ਕਿਹਾ ਸੀ ਤੇ ਮੈਂ ਤੇ ਅੱਜ ਉਹ ਮਤਲਬ ਇਹਨਾਂ ਨੂੰ ਛੱਡ ਕੇ ਤੇ ਆਪਣਾ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਿਆ, ਕਿਉਂਕਿ ਇਹਨਾਂ ਦੇ ਇੱਥੇ ਸ਼੍ਰੀ ਅਨਿਲ ਜੋਸ਼ੀ ਜੀ ਸਾਡੇ ਜਿਹੜੇ ਐਮਐਲਏ ਕੈਂਡੀਡੇਟ ਖੜੇ ਨੇ ਉਹ ਬਹੁਤ ਵਧੀਆ, ਪਹਿਲਾਂ ਵੀ ਉਹ 5 ਸਾਲ ਇੱਥੇ ਐਮਐਲਏ ਰਹੇ ਨੇ ਤੇ ਉਹਦੇ ਪਰਖੇ ਜਾਂਚੇ ਪਰਖੇ ਆ, ਉਹਨਾਂ ਵਿਕਾਸ ਪੁਰਖ ਦੇ ਨਾਂ ਤੇ ਉਹਨਾਂ ਨੂੰ ਜਾਣਿਆ ਜਾਂਦਾ ਵਾ। ਉਹਨਾਂ ਨੇ ਸਾਡੇ ਏਰੀਏ 'ਚ ਬਹੁਤ ਜ਼ਿਆਦਾ ਵਿਕਾਸ ਕਰਾਇਆ ਤੇ ਅੱਜ ਤੱਕ ਨਾ ਕਦੀ ਇਹਨਾਂ ਹੀ ਜੋ ਬਚਪਨ ਤੋਂ ਦੇਖਿਆ ਨਾ ਕਦੀ ਇਹਨਾਂ ਵਿਕਾਸ ਹੋਇਆ ਸੀ ਤੇ ਨਾ ਹੀ ਗਾਂ ਸ਼ਾਇਦ ਇਹਨਾਂ ਵੇਖਾਂਗੇ, ਕਿਉਂਕਿ ਸਾਡੇ ਐਮਐਲਏ ਨੇ ਕੋਈ ਕੰਮ ਨਹੀਂ ਮੇਰੀ ਵਾਰਡ 'ਚ 1 ਰੁਪਏ ਦਾ ਕੰਮ ਨਹੀਂ। ਕਾਰਨ ਕੀ ਸੀ? ਇਹ ਚੀਜ਼ ਦੀ ਨਹੀਂ ਮੈਨੂੰ ਸਮਝ ਲੱਗੀ, ਜਾਂ ਹੋ ਸਕਦਾ ਵੀ ਕਾਂਗਰਸ ਦੀ ਆਪਸੀ ਫੁੱਟ ਕਰਕੇ ਜਾਂ ਕਿੱਦਾਂ, ਪਰ ਮੇਰੀ ਵਾਰਡ 'ਚ ਪਰ ਮੈਂ ਜੋ ਤੁਹਾਡੇ ਸੋਸ਼ਲ ਮੀਡੀਆ ਤੇ ਫੋਟੋਆਂ ਦੇਖੀਆਂ ਨੇ, ਜਿੰਨੀ ਕਿ ਮੈਂ ਤੁਹਾਡੇ ਬਾਰੇ ਸਰਚ ਕੀਤੀ ਆ ਸੋਸ਼ਲ ਮੀਡੀਆ ਤੇ, ਤੁਸੀਂ ਐਮਐਲਏ ਸ਼੍ਰੀ ਸੁਨੀਲ ਦੱਤੀ ਜੀ ਨਾਲ ਜਾਂ ਸੋਨੂ ਦੱਤੀ ਜੀ ਨਾਲ ਕਈ ਧਾਰਮਿਕ ਪ੍ਰੋਗਰਾਮਾਂ ਦੇ ਉੱਤੇ ਕਦੇ ਪੂੜੀਆਂ ਤੇ ਕਦੇ ਚਾਹ ਦੇ ਲੰਗਰ ਵੀ ਵਰਤਾਉਂਦੇ ਨਜ਼ਰ ਆ ਰਹੇ ਜੇ। ਫਿਰ ਮਤਲਬ ਇਹ ਤੁਸੀਂ ਦੂਜੇ ਪਾਸੇ ਤੁਸੀਂ ਕਹਿ ਰਹੇ ਕਿ ਮੇਰੇ ਨਾਲ ਉਹਨਾਂ ਪੱਖਪਾਤ ਕੀਤਾ, ਇਹ ਦੋ ਗੱਲਾਂ ਦਾ ਕੋਈ ਸੁਮੇਲ ਨਹੀਂ ਹੁੰਦਾ ਪਿਆ। ਮੈਂ ਸਭ ਤੋਂ ਪਹਿਲਾਂ ਇਹੀ ਬੇਨਤੀ ਕੀਤੀ ਵੀ ਮੈਂ ਸਭ ਤੋਂ ਪਹਿਲਾਂ ਜੁੜਿਆ ਹੀ ਉਹਨਾਂ ਨਾਲ ਸੀ, ਉਹਨਾਂ ਦੇ ਥਰੂ ਹੀ ਮੈਂ ਕਾਂਗਰਸ 'ਚ ਸ਼ਾਮਲ ਹੋਇਆ, ਕਿਉਂਕਿ ਹੈਗੇ ਨੇ ਚਲੋ ਆਪਾਂ ਸ਼ੁਰੂ ਤੋਂ ਕਾਂਗਰਸੀ ਹਾਂ, ਪਰ ਸ਼ਾਮਲ ਮੈਂ ਉਹਨਾਂ ਥਰੂ ਸਭ ਤੋਂ ਪਹਿਲਾਂ ਮੈਂ ਉਹਨਾਂ ਕੋਲ ਹੀ ਗਿਆ ਸੀ। ਪਰ ਨਹੀਂ, ਉਹਨਾਂ ਨੇ 5 ਸਾਲ ਵਾਕਈ ਉਹਨਾਂ ਨੇ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ ਮੇਰੇ ਨਾਲ। ਫਿਰ ਤੁਹਾਡੇ ਨਾਲ ਕਿਉਂ ਉਹਨਾਂ ਨੇ ਵਿਤਕਰਾ ਕੀਤਾ? ਉਹਨਾਂ ਦਾ ਇਹ ਕਹਿਣਾ ਕਿ ਮੈਂ ਵਿਤਕਰਾ ਕਿਸੇ ਨਾਲ ਨਹੀਂ ਕੀਤਾ। ਇਹ ਤੇ ਉਹੀ ਸਹੀ ਦੱਸ ਸਕਦੇ ਆ। ਬਾਕੀ ਹੁਣ ਮੇਰੀ ਵਾਰਡ 'ਚ ਤੁਸੀਂ ਜਾ ਕੇ ਦੇਖ ਲਓ, ਕੋਈ ਵਾਟਰ ਸਪਲਾਈ, ਸੀਵਰੇਜ, ਚੈਂਬਰ, ਸਟਰੀਟ ਲਾਈਟ, ਕੋਈ ਗਲੀ ਨਹੀਂ ਟੁੱਟੀ ਵੇਖੋਗੇ। ਹੁਣ ਵੀ ਇਸ ਟਾਈਮ ਵੀ 2-3 ਗਲੀਆਂ ਦਾ ਕੰਮ ਚੱਲ ਰਿਹਾ ਵਾ, ਮਤਲਬ 5 ਸਾਲ ਅਸੀਂ ਪੂਰਾ ਹੁਣ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ 2-3 ਗਲੀਆਂ ਇਸ ਵੇਲੇ ਵੀ ਬਣ ਰਹੀਆਂ ਵਾ, ਪਰ ਉਹ ਸਾਰੀਆਂ ਕਰਮਜੀਤ ਸਿੰਘ ਰਿੰਟੂ ਦੇ ਕਾਰਪੋਰੇਸ਼ਨ ਦੇ ਥਰੂ ਹੀ ਬਣ ਰਹੀਆਂ ਵਾ। ਐਮਐਲਏ ਕੋਟੇ 'ਚੋਂ ਜੇ 1-2 ਗਲੀ ਬਣੀ ਵੀ ਹੈ ਉਹ ਵੀ ਉਹਦਾ ਲਾਮਾ ਹੈਗਾ ਵਾ, ਉਹ ਗਲੀਆਂ ਸਹੀ ਤਰੀਕੇ ਨਾਲ ਨਹੀਂ ਬਣਾਈਆਂ ਗਈਆਂ। ਮੇਰੀ ਵਾਰਡ 'ਚ ਨਹੀਂ ਉਹਨਾਂ ਨੇ ਕੋਈ ਕੰਮ ਕੀਤਾ। ਤੁਹਾਡੇ ਗੱਲਾਂ ਤੋਂ ਲੱਗ ਰਿਹਾ ਕਿ ਕਰਮਜੀਤ ਸਿੰਘ ਰਿੰਟੂ ਤੇ ਸੁਨੀਲ ਦੱਤੀ ਜੀ ਇਹ 2 ਧੜੇ ਬਣੇ ਹੋਏ ਸਨ ਅੰਮ੍ਰਿਤਸਰ ਉੱਤਰੀ ਦੇ ਕਾਂਗਰਸ ਦੇ। ਹਾਂ, ਇਹ ਤੇ ਇਹੀ ਹੋ ਸਕਦਾ ਹੋਰ ਇਹ ਤੋਂ ਬਾਅਦ, ਕਿਉਂਕਿ ਮੈਨੂੰ ਤੇ ਆਪ ਨਹੀਂ ਸਮਝ ਲੱਗੀ। ਮੈਂ ਜਿਵੇਂ ਤੁਸੀਂ ਕਹਿਣ ਰਹੇ ਹੋ ਵੀ ਮੈਂ ਉਹਨਾਂ ਨਾਲ ਮੇਰਾ ਬਹੁਤ ਪਿਆਰ ਸੀ। ਉਹਨਾਂ ਦੇ ਬੇਟੇ ਆਦਿੱਤਿਆ ਜਦੋਂ ਖੜੇ ਸੀ ਇਲੈਕਸ਼ਨ, ਯੂਥ ਦੀ ਇਲੈਕਸ਼ਨ 'ਚ, ਉਦੋਂ ਵੀ ਮੈਂ ਉਹਨਾਂ ਦੀ ਪੂਰੀ ਮਦਦ ਕੀਤੀ ਸੀ। ਹਰ ਐਮਪੀ ਇਲੈਕਸ਼ਨ 'ਚ ਮੈਂ ਪੂਰੀ ਮਦਦ ਕੀਤੀ। ਐਮਪੀ ਇਲੈਕਸ਼ਨ 'ਚ ਮੈਂ ਆਪਣੀ ਵਾਰਡ 1300 ਵੋਟ ਤੋਂ ਜਿੱਤੀ ਸੀ। ਹਾਂਜੀ, ਪਰ ਪਤਾ ਨਹੀਂ ਕਿਉਂ ਇਹਨਾਂ ਨੇ ਮੇਰੇ ਨਾਲ ਪੱਖਪਾਤ ਹੀ ਰੱਖਿਆ ਵਾ। ਕੋਈ ਵੀ ਜਿੰਨਾ ਕੰਮ ਮਤਲਬ ਆਮ ਹੋਣਾ ਐਮਐਲਏ ਕਰਾ ਸਕਦੇ ਆ ਨਾ, ਉਹਨਾਂ ਕੰਮ ਜੇ ਆਪਾਂ ਵਿਕਾਸ ਕਹੀਏ, ਵਿਕਾਸ ਨਹੀਂ ਐਮਐਲਏ ਸਾਹਿਬ ਨੇ ਕਰਾਇਆ। ਸੁਨੀਲ ਦੱਤੀ ਦੇ ਪਰਿਵਾਰ ਵੱਲੋਂ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਆਮ ਤੌਰ ਤੇ 1 ਐਮਐਲਏ ਲਿਖਿਆ ਹੁੰਦਾ, ਪਰ ਸਾਡੇ ਪਰਿਵਾਰ ਨੇ 4 ਐਮਐਲਏ ਦਿੱਤੇ। ਸੋਨੂ ਦੱਤੀ ਜੀ ਨੇ, ਉਹਨਾਂ ਦੇ ਬ੍ਰਦਰ ਨੇ, ਤੇ ਉਹਨਾਂ ਦੇ ਭਾਬੀ ਜੀ ਨੇ ਮਮਤਾ ਦੱਤਾ ਜੀ, ਤੇ ਫਿਰ ਯੂਥ ਨੂੰ ਰਿਪਰੈਜ਼ੈਂਟ ਕਰਦੇ ਪਏ ਨੇ ਆਦਿੱਤਿਆ ਦੱਤੀ ਜੀ, ਖੁਦ ਐਮਐਲਏ ਸਾਹਿਬ। ਇਹ ਚਾਰੇ ਹੀ ਬੜੇ ਗਰਮਜੋਸ਼ੀ ਨਾਲ ਹਫ਼ਤੇ ਦੇ ਵਿੱਚ ਵਿਚਰਦੇ ਨੇ, ਲੋਕਾਂ ਦੇ ਕੰਮ ਵੀ ਕਰਦੇ ਨੇ। ਮਤਲਬ ਕੋਈ ਸਮਝ ਨਹੀਂ ਆ ਰਹੀ ਵੀ ਤੁਸੀਂ ਕਿਉਂ ਨਾਰਾਜ਼ ਸੀ? ਕੋਈ ਤੁਹਾਡੇ ਵੱਲੋਂ ਕੋਈ ਕਮੀ ਸੀ, ਕੋਈ ਤੁਹਾਡੇ ਮਨ 'ਚ ਖੋਟ ਸੀ ਜਾਂ ਉਹਨਾਂ ਦੇ ਮਨ 'ਚ ਖੋਟ ਸੀ? ਕੀ ਕਾਰਨ ਸੀ ਕਿ ਤੁਹਾਡਾ ਮਨ ਮੁਟਾਵ ਪਿਛਲੇ 5 ਸਾਲ ਦੇ ਵਿੱਚ ਖਤਮ ਹੀ ਹੋ ਸਕਿਆ? ਮੇਰੇ ਮਨ 'ਚ ਖੋਟ ਤੇ ਮੈਂ ਤੁਹਾਨੂੰ ਦੱਸ ਰਿਹਾ ਨਾ, ਮੈਂ ਹਰ ਇੱਕ ਇਲੈਕਸ਼ਨ 'ਚ ਉਹਨਾਂ ਦੀ ਸਾਥ ਦਿੱਤਾ। ਇੱਥੋਂ ਦੀ ਮੈਂ ਹਰ ਇੱਕ ਬੂਥ, ਹਰ ਇੱਕ ਵਾਰਡ ਜਿੱਤੀ, ਤੇ ਮੇਰੇ ਮਨ 'ਚ ਕੀ ਖੋਟ ਹੋ ਸਕਦਾ? ਮੈਂ ਕਿਸੇ ਕਾਂਗਰਸੀ ਨਾਲ ਗੱਲ ਕਰ ਰਿਹਾ ਸੀ, ਅੱਜ ਅਸੀਂ ਨਾਮ ਨਹੀਂ ਲਵਾਂਗੇ। ਉਹਨਾਂ ਦਾ ਕਹਿਣਾ ਸੀ ਕਿ ਨਵੀਂ ਭਗਤ ਨੇ 5 ਸਾਲ ਮਲਾਈ ਤੇ ਖਾ ਲਈ ਹੈ, ਹੁਣ ਸਾਥ ਦੇਣ ਦਾ ਟਾਈਮ ਆਇਆ ਐਮਐਲਏ ਸਾਹਿਬ ਤੇ ਉਹਨਾਂ ਨੇ ਪਲਟਾ ਮਾਰ ਕੇ ਕੱਲ ਦੱਸੀ ਜਾਓਗੇ। ਮੈਂ ਕਦੀ ਮਿਲਿਆ ਹੀ ਨਹੀਂ ਮਲਾਈ ਕੀ ਖਾਣੀ। ਮੈਂ ਕਦੀ ਐਮਐਲਏ ਸਾਹਿਬ ਨੂੰ, ਜਦੋਂ ਉਹਨਾਂ ਨੇ ਪਹਿਲਾਂ ਮੈਨੂੰ ਇਗਨੋਰ ਕਰਨਾ, ਕੋਈ ਨਹੀਂ, ਹੁਣ ਕੋਈ ਜੇ ਤੁਹਾਨੂੰ ਕੋਈ ਇਗਨੋਰ ਕਰਦਾ ਆਪਾਂ ਫਿਰ ਕਿੱਦਾਂ, ਮੈਂ ਜੇ ਕਿ ਉਹਨਾਂ ਕੋਲ ਕੰਮ ਹੀ ਕੋਈ ਨਹੀਂ ਲਿੱਤਾ ਤੇ ਫਿਰ ਇਹਦੇ 'ਚ ਉਹੋ ਜਿਹਾ ਕੋਈ ਕੰਮ ਹੈ ਹੀ ਨਹੀਂ ਹੈ। 2017 ਦੇ ਵਿੱਚ ਕਿਸੇ ਨੇ ਵੀ ਨਹੀਂ ਸੀ ਸੋਚਿਆ ਕਿ ਅਨਿਲ ਜੋਸ਼ੀ ਆਪਣੀ ਇਲੈਕਸ਼ਨ ਹਾਰ ਜਾਣਗੇ। ਉਹਨਾਂ ਨੂੰ ਉਹਨਾਂ ਦੀ ਪਾਰਟੀ ਭਾਜਪਾ ਦੀ ਧੜੇਬਾਜ਼ੀ ਨੇ ਹੀ ਹਰਾ ਦਿੱਤਾ। ਉਹਨਾਂ ਦੇ ਕੁਝ ਕੌਂਸਲਰ ਸਨ, ਅਨਿਲ ਜੋਸ਼ੀ ਆਪਣੇ ਮੂੰਹ ਹਰ ਇੰਟਰਵਿਊ ਵਿੱਚ ਕਹਿੰਦੇ ਨੇ ਕਿ ਮੈਨੂੰ ਮੇਰੇ ਆਪਣਿਆਂ ਨੇ ਮਾਰਿਆ। ਉਹ ਧੜੇਬੰਦੀ ਕਾਂਗਰਸ ਵਿੱਚ ਵੀ ਦਿਖਾਈ ਦੇ ਰਹੀ ਹੈ। 8-7 ਕੌਂਸਲਰ ਸਨ ਜਿਨ੍ਹਾਂ ਨੇ ਸੁਨੀਲ ਦੱਤੀ ਦੇ ਖਿਲਾਫ 1 ਮਹੀਨਾ ਪਹਿਲਾਂ ਲਗਭਗ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਅਸੀਂ ਕਾਂਗਰਸ ਨੂੰ ਧੜੇਬਾਜ਼ੀ ਦਾ ਨੁਕਸਾਨ ਹੋਏਗਾ? ਹਾਂ, ਬਿਲਕੁਲ ਹੋਏਗਾ, ਬਿਲਕੁਲ ਹੋਏਗਾ। ਹੁਣ ਜੇ ਮੈਂ ਨਿੱਤਰ ਕੇ ਸਾਹਮਣੇ ਆਇਆ, ਮੈਂ ਅਕਾਲੀ ਦਲ ਦਾ ਜੋਸ਼ੀ ਸਾਹਿਬ ਦਾ ਮੈਂ ਸਾਥ ਫੜ ਲਿਆ ਵਾ, ਮੈਂ ਨਿੱਤਰ ਕੇ ਸਾਹਮਣੇ ਆਇਆ। ਹੁਣ ਜਿਹੜੇ 8-10 ਦੂਜੇ ਕਾਉਂਸਲਰ ਆ
ਉਹ ਬਗਾਵਤ ਕਰਨਗੇ, ਅੰਦਰ ਖਾਤੇ ਕਰਨਗੇ, ਇਹਦੇ ਨਾਲੋਂ ਬਿਹਤਰ ਆ। ਬੜੀ ਵੱਡੀ ਗੱਲ ਕਹਿ ਰਹੇ ਤੁਸੀਂ ਕੈਮਰੇ 'ਚ ਕਿਉਂ ਅੰਦਰ ਖਾਤੇ ਬਗਾਵਤ ਕਰਨਗੇ? ਕਰ ਸਕਦੇ ਆ ਜਿਨ੍ਹਾਂ ਨੇ ਹੁਣ ਉਦੋਂ ਸਹੁੰਆਂ ਖਾਧੀਆਂ ਸੀ, 7-8 ਕਾਉਂਸਲਰ ਆ ਸਾਰਿਆਂ ਨੇ, ਤੇ ਮੈਂ ਤੇ ਸਾਹਮਣੇ ਨਿੱਤਰ ਕੇ ਆ ਗਿਆ। ਨਾਂ ਲੈ ਕੇ ਦੱਸ ਸਕਦੇ ਹੋ ਨਾ ਕੌਂਸਲਰਾਂ ਦੇ? ਨਹੀਂ ਨਾ ਪਤਾ ਹੀ ਹੈ ਤੁਹਾਨੂੰ, ਪਤਾ ਹੀ ਹੈ। ਨਹੀਂ ਚਲੋ ਸਾਨੂੰ ਮੈਨੂੰ ਨਾ ਪਤਾ ਹੋਵੇ, ਤੁਸੀਂ ਮੀਡੀਆ ਪਤਾ ਹੀ ਹੈ, ਨਹੀਂ ਪਬਲਿਕ ਨੂੰ ਪਤਾ ਹੀ ਹੈ, ਤੁਹਾਡੇ ਥਰੂ ਪਬਲਿਕ ਨੂੰ ਪਤਾ। ਮੈਂ ਹੁਣ ਅਸੀਂ ਮੈਂ ਕੋਈ ਕਾਉਂਸਲਰ ਦਾ ਕਿ ਜਾਂ ਕਿਸੇ ਅਹੁਦੇ ਦਾ ਨਹੀਂ ਆਪਾਂ ਨੂੰ ਭੁੱਖ ਹੈਗੀ। ਸਾਡਾ ਪਰਿਵਾਰ ਸ਼ੁਰੂ ਤੋਂ ਹੀ ਗਰੀਬਾਂ ਦੇ ਹੱਕ 'ਚ। ਅਕਾਲੀ ਦਲ ਦੇ ਵਿੱਚ ਆਏ ਜੀ ਕੁਝ ਕਾਂਗਰਸੀਆਂ ਦਾ ਤੇ ਸ਼ਾਇਦ ਆਪ ਵਾਲਿਆਂ ਦਾ ਇਹ ਕਹਿਣਾ ਕਿ ਸ਼ਾਇਦ ਨਵੀਂ ਭਗਤ ਨੂੰ ਕੋਈ ਪੈਸੇ ਦਾ ਲਾਲਚ ਦੇ ਦਿੱਤਾ ਗਿਆ ਜਾਂ ਬੜੇ ਉੱਚ ਅਹੁਦੇ ਦਾ ਲਾਲਚ ਦੇ ਦਿੱਤਾ ਗਿਆ, ਤਾਂ ਕਰਕੇ ਛਾਲ ਮਾਰ ਗਿਆ। ਇਹਦੇ ਵਿੱਚ ਕਿੰਨੀ ਕਿਸੇ ਚਾਹੀਦੀ? ਨਹੀਂ ਵਾਹਿਗੁਰੂ ਦੀ ਕਿਰਪਾ ਵਾ, ਕਦੀ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਆ। ਜੇ ਉਹੋ ਜਿਹੀ ਕੋਈ ਗੱਲ ਹੁੰਦੀ ਤੇ ਅੰਦਰ ਖਾਤੇ ਚੋਰੀ ਛਿਪੇ ਕੰਮ ਕਰਦਾ, ਸ਼ਰੇਆਮ ਥੋੜੀ ਨਾ। ਨਾਲੇ ਜੋਸ਼ ਸਾਹਿਬ ਨਾਲ ਮੇਰਾ ਪਹਿਲੋਂ ਪਿਆਰ ਆ, ਪਹਿਲੋਂ ਵੀ ਪਿਛਲੇ 5 ਸਾਲ ਵੀ ਮੈਂ ਉਹਨਾਂ ਕੋਲ ਬੜੇ ਕੰਮ ਕਰਾਏ ਗਰੀਬਾਂ ਲੋਕਾਂ ਦੇ। ਬੜੇ ਆਪਣੇ ਵਾਸਤੇ ਤੇ ਮੈਂ ਕੋਈ ਕੰਮ ਨਹੀਂ ਅੱਜ ਤੱਕ ਲਿੱਤਾ। ਅੱਗੇ ਜੋਸ਼ ਸਾਹਿਬ ਹੱਸਦੇ ਵੀ ਨਵੀਂ ਜਦੋਂ ਵੀ ਮੇਰੇ ਕੋਲ ਕੰਮ ਲੈ ਕੇ ਆਇਆ, ਕਿਸੇ ਗਰੀਬ ਦਾ ਕਿਸੇ ਲੋੜਵੰਦ ਦਾ ਕੰਮ ਲੈ ਕੇ ਆਇਆ, ਤੇ ਉਹ ਕੰਮ ਕਰਦੇ ਵੀ ਹੈ, ਜੋ ਕਿ ਇਹ ਖੂਬੀ ਆਪਣਾ ਦੱਤੀ ਸਾਹਿਬ 'ਚ ਇਹ ਖੂਬੀ ਨਹੀਂ ਹੈਗੀ। ਅੱਜ ਰੌਲਾ ਸੀ ਕਿ ਬੀਜੇਪੀ ਨੇ ਆਪਣੀਆਂ ਟਿਕਟਾਂ ਅਨਾਉਂਸ ਕਰ ਦੇਣੀਆਂ ਨੇ। ਅਕਾਲੀ ਵੱਲੋਂ ਸ਼੍ਰੀ ਅਨਿਲ ਜੋਸ਼ੀ ਜੀ ਨੇ ਮੈਦਾਨ ਦੇ ਵਿੱਚ, ਕਾਂਗਰਸ ਵੱਲੋਂ ਸ਼੍ਰੀ ਸੁਨੀਲ ਦੱਤੀ ਜੀ ਨੇ, ਆਮ ਪਾਰਟੀ ਵੱਲੋਂ ਕੌਣ ਵਿਜੇ ਪ੍ਰਤਾਪ ਸਿੰਘ ਜੀ ਨੇ, ਬੀਜੇਪੀ ਵੱਲੋਂ ਇੱਕ ਸੰਭਾਵਿਤ ਉਮੀਦਵਾਰ ਚਲੋ ਜਿਹਦਾ ਵੀ ਕੋਈ ਚਿਹਰਾ ਸਾਹਮਣੇ ਆ ਰਿਹਾ, ਤੁਹਾਨੂੰ ਵੀ ਪਤਾ ਹੈ ਕਿ ਸ਼ਾਇਦ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਵੇ। ਇੱਕ ਪਗੜੀ ਧਾੜੀ ਸਿੱਖ ਦੇ ਪੋਸਟਰ ਕਾਫੀ ਸ਼ਹਿਰ 'ਚ ਲੱਗੇ ਹੋਏ, ਸ਼ਾਇਦ ਕਿ ਬੀਜੇਪੀ ਉਹਨਾਂ ਨੂੰ ਟਿਕਟ ਦੇਣ ਜਾ ਰਹੀ ਹੈ। ਇਹਨਾਂ ਚਾਰਾਂ ਕੈਂਡੀਡੇਟਾਂ ਦੇ ਵਿੱਚ ਤੁਸੀਂ ਆਪਣੇ ਪਾਰਟੀ, ਹੁਣ ਤੁਸੀਂ ਅਕਾਲੀ ਦਲ ਦੇ ਵਿੱਚ ਅਨਿਲ ਜੋਸ਼ੀ ਨੂੰ ਕਿੱਥੇ ਖੜਿਆ ਵੇਖਦੇ? ਅਨਿਲ ਜੋਸ਼ੀ ਅਸੀਂ 1 ਨੰਬਰ ਤੇ ਆ ਜੀ। ਆਪਣੇ 1 ਨੰਬਰ ਤੇ ਅਨਿਲ ਜੋਸ਼ੀ ਜੀ ਇਸ ਵੇਲੇ ਅਕਾਲੀ ਦਲ ਖੜਾ ਵਾ। ਦੂਜੇ ਨੰਬਰ ਤੇ ਸਾਡਾ ਮੁਕਾਬਲਾ ਕੁੰਵਰ ਨਾਲ ਹੈਗਾ। ਤੇ ਦੱਤੀ ਭਾਜੀ ਨੇ ਤੇ ਕੋਈ ਕੰਮ ਹੀ ਨਹੀਂ ਨਾ ਕਰਾਇਆ ਉਹਦਾ, ਤੇ ਉਹ ਤੇ ਤੀਸਰੇ ਚੌਥੇ ਨੰਬਰ ਤੇ ਆਉਣਗੇ। ਇੱਕ ਪਾਸੇ ਜੇ ਆਪਾਂ ਦੱਤੀ ਸਾਹਿਬ ਨਾਲ ਗੱਲ ਕਰੀਏ ਤਾਂ ਆਪਣੇ ਨੂੰ ਪਹਿਲੇ ਨੰਬਰ ਤੇ ਕਹਿੰਦੇ। ਉਹ ਤੇ ਚਲੋ ਪਬਲਿਕ ਅੱਜ ਕੱਲ੍ਹ ਬਹੁਤ ਸਿਆਣੀ ਹੈ ਜੀ। ਮੈਂ ਤੁਹਾਡੇ ਮਾਧਿਅਮ ਨਾਲ ਸਗੋਂ ਪਬਲਿਕ ਨੂੰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਭੈਣ ਭਰਾਵਾਂ ਦੇ ਇਸ ਹਲਕੇ 'ਚ, ਕਿਉਂਕਿ ਮੈਂ ਤੇ ਇੱਕ ਵਾਰਡ ਦਾ ਪ੍ਰਤੀਨਿਧੀ ਹਾਂ ਨਾ, ਪੂਰੇ ਹਲਕੇ 'ਚ ਜਿਹਨੇ ਲੋਕਾਂ ਦੇ ਮੈਂ ਕੰਮ ਕਰਾਏ ਆ, ਉਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜੋਸ਼ ਸਾਹਿਬ ਦੇ ਉਹਨਾਂ ਦਾ ਸਾਥ ਦੇਣ, ਉਹਨਾਂ ਨੂੰ ਜਿਤਾਉਣ। ਕਿਉਂਕਿ ਅੱਗੇ ਵੀ ਪਿਛਲੀ ਵਾਰ ਉਹਨਾਂ ਨੂੰ ਹਰਾ ਕੇ ਲੋਕੀ ਪਛਤਾਏ ਸੀ ਕਿ ਇੱਕ ਕੰਮ ਕਰਨ ਵਾਲੇ ਬੰਦੇ ਨੂੰ ਅਸੀਂ ਬਾਹਰ ਕੱਢਤਾ। ਮੌਕਾ ਆ ਵੀ ਉਹਨਾਂ ਨੂੰ ਜਿਤਾਇਆ ਜਾਵੇ ਤੇ ਉਹਨਾਂ ਦੀ ਹੈਲਪ ਕੀਤੀ ਜਾਵੇ। ਤੁਸੀਂ ਦੱਤੀ ਸਾਹਿਬ ਦਾ ਵੀ ਕਾਰਜਕਾਲ ਵੇਖਿਆ, ਜੋਸ਼ੀ ਸਾਹਿਬ ਦਾ ਵੀ ਕਾਰਜਕਾਲ ਵੇਖਿਆ, ਦੋਨਾਂ ਦੇ ਵਿੱਚ ਕੁਝ ਡਿਫਰੈਂਟ ਕੀ ਤੁਹਾਨੂੰ ਜਾਪਿਆ? ਉਹ ਪਰ ਨਿਰਪੱਖਤਾ ਨਾਲ ਗੱਲ ਕਰੀਏ, ਕਿਉਂਕਿ ਵੇਖੋ ਤੁਸੀਂ ਦੱਤੀ ਸਾਹਿਬ ਦੇ ਖਿਲਾਫ ਹੀ ਬੋਲੋਗੇ, ਪਰ ਇਮਾਨਦਾਰ ਨਾਲ ਜਵਾਬ ਦਿਓ, ਕਿਉਂਕਿ ਅਸੀਂ ਮੀਡੀਆ ਵਾ, ਅਸੀਂ ਲੋਕਾਂ ਸਾਹਮਣੇ ਸੱਚ ਦਾ ਦਿਲ 'ਤੇ ਹੱਥ ਰੱਖ ਕੇ ਆਵਾਜ਼ ਦਿਓ। ਦੋਨਾਂ ਦੇ ਕਾਰਜਕਾਲ ਵਿੱਚ ਤੁਹਾਨੂੰ ਡਿਫਰੈਂਟ ਕੀ ਜਾਪਿਆ? ਨਹੀਂ, ਇਹਨਾਂ ਦੇ ਕਾਰਜਕਾਲ 'ਚ ਜੋ ਕੰਮ ਅਨਿਲ ਜੋਸ਼ੀ ਨੇ ਕਰਾਏ ਆ ਨਾ, ਉਹ ਕੰਮ ਨਹੀਂ ਐਮਐਲਏ ਸਾਹਿਬ ਦੱਤੀ ਸਾਹਿਬ ਨੇ ਨਹੀਂ ਕਰਾਏ। ਹਾਂ ਇਹ ਵੀ ਸੀਗਾ ਵੀ ਕਿਉਂਕਿ ਉਹਨਾਂ ਕੋਲ ਡਿਪਾਰਟਮੈਂਟ ਵੱਡਾ ਸੀ, ਮੰਤਰੀ ਸੀਗੇ, ਮੁੱਖ ਮੰਤਰੀ ਤੋਂ ਬਾਅਦ ਦੂਜਾ ਇੱਕ ਅਹੁਦਾ ਆ ਵੀ ਉਸ ਹਿਸਾਬ ਨਾਲ ਦੇਖੀਏ ਤਾਂ ਉਹਨਾਂ ਕੋਲ ਚਲੋ ਅਹੁਦਾ ਵੀ ਵੱਡਾ ਸੀ। ਪਰ ਜੋ ਕੰਮ ਅਕਾਲੀ ਦਲ ਤੇ ਜੋਸ਼ੀ ਕਰਾ ਸਕਦਾ ਵਾ, ਉਹ ਤੇ ਪਤਾ ਹੀ ਹੈ ਤੁਹਾਨੂੰ, ਕਾਂਗਰਸ ਤੋਂ ਉਹ ਗੱਲ ਨਹੀਂ ਬਣਦੀ। ਮੈਂ ਤੇ 5 ਸਾਲ ਕੱਢ ਕੇ ਦੇਖੇ ਆ ਨਾ, ਮੈਂ ਤੇ ਆਪਣੇ ਕੋਲੋਂ ਪੈਸੇ ਲਾ ਕੇ ਜਾਂ ਕੋਲੋਂ ਆਪਣੇ ਵਸੀਲਿਆਂ ਨਾਲ ਕੰਮ 80-90-100% ਮੈਂ ਆਪਣੇ 100% ਹੀ ਮੈਂ ਕਹਿੰਦਾ ਆਪਣੀ ਵਾਰ ਦਾ ਮੈਂ ਕੰਮ ਕਰਾ ਲਿਆ। ਤੇ ਉਹ ਮੈਂ ਆਪਣੇ ਵਸੀਲਿਆਂ ਨਾਲ ਜਾਂ ਆਪਣੇ ਪਿਆਰ ਨਾਲ, ਭਾਵਨਾ ਨਾਲ ਜਾਂ ਆਪਣੇ ਕੋਲੋਂ ਖਰਚ ਕੇ ਪੈਸੇ ਕੰਮ ਕਰਾ ਲਿਆ। ਬਾਕੀ ਅਦਰਵਾਈਜ਼ ਜੇ ਆਪਾਂ ਕਹੀਏ ਵੀ ਨਹੀਂ ਕਾਂਗਰਸ 'ਚ ਉਹ ਗੱਲ ਨਹੀਂ ਹੈਗੀ। ਇੱਕ ਕਾਂਗਰਸੀ ਨੇਤਾ ਦਾ ਇਹ ਵੀ ਕਹਿਣਾ ਸੀ ਕਿ ਨਵੀਂ ਭਗਤ ਦੀ ਟੀਮ ਜਾਂ ਪਿਛਲੀ 2017 ਦੇ ਵਿੱਚ ਵੀ ਸਾਡੇ ਖਿਲਾਫ ਹੀ ਚੱਲੇ ਸਨ। ਕਹਿੰਦੇ ਸੀ ਕਿ ਅਸੀਂ ਤਾਂ ਉਦੋਂ ਨਹੀਂ ਇਹਨਾਂ ਨੂੰ ਚੱਲਣ ਦਿੱਤੇ, ਅਸੀਂ ਸੀਟ ਜਿਹੜੀ ਸੀ 15-16 ਹਜ਼ਾਰ ਨਾਲ ਜਿੱਤੀ ਸੀ, ਇਸ ਵਾਰ ਜੇ ਖਿਲਾਫ ਚੱਲਣਗੇ ਤੁਹਾਡਾ ਕੀ ਕਾਰਡ ਲੈਣਗੇ? ਕੀ ਕਹਿਣਾ ਤੁਹਾਡਾ? ਨਹੀਂ ਇੱਦਾਂ ਨਹੀਂ। ਫਿਰ ਜੇ ਅੰਦਰ ਖਾਤੇ ਜੇ 17 ਦੇ ਵਿੱਚ ਤੁਸੀਂ ਨਹੀਂ ਦੱਤੀ ਸਾਹਿਬ ਨਾਲ ਖੁੱਲ੍ਹ ਕੇ ਚੱਲੇ 2017 'ਚ ਨਹੀਂ, ਮੈਂ ਉਦੋਂ ਜੋਸ਼ੀ ਨਾਲ ਚੱਲਿਆ ਹੈ ਜੀ। ਉਦੋਂ ਵੀ ਜੋਸ਼ੀ ਨਾਲ ਚੱਲਿਆ ਤੇ ਹੁਣ ਵੀ ਜੋਸ਼ੀ ਨਾਲ। ਐਵੇਂ ਝੂਠ ਕਾਹਦੇ ਵਾਸਤੇ ਕਹਿਣਾ? ਨਹੀਂ, ਮੈਂ ਉਹਨਾਂ ਨਾਲ ਨਹੀਂ ਚੱਲਿਆ। ਤੇ ਜਿਹੜੇ ਬਾਕੀ ਕੌਂਸਲ 7-8 ਤੁਹਾਡੇ ਨਾਲ ਬੈਠੇ ਸਨ ਪ੍ਰੈਸ ਕਾਨਫਰੰਸ ਦੇ ਵਿੱਚ, ਉਹ ਕਿਵੇਂ ਚੱਲੇ ਸਨ? ਉਹ ਤਕਰੀਬਨ ਉਦੋਂ ਰਾਮਬਲੀ ਸੀ, ਰਾਮਬਲੀ ਵੀ ਜੋਸ਼ੀ ਨਾਲ ਸੀਗਾ, ਤੇ ਬਾਕੀ ਤੇ ਤਕਰੀਬਨ ਕਾਂਗਰਸ ਦੇ ਜਿਹੜੇ ਬੰਦੇ ਨੁਮਾਇੰਦੇ ਸੀ, ਨਹੀਂ ਜਿਹੜੇ ਕਾਂਗਰਸ ਦੇ ਸੀ ਉਹ ਤੇ ਕਾਂਗਰਸ ਨਾਲ ਹੀ ਚੱਲੇ ਹੋਣਗੇ, ਏਡੀ ਨਹੀਂ ਗੱਲ। ਕਿਉਂਕਿ ਇੱਕ ਆਮ ਬੰਦਾ ਜਿਹੜਾ ਕੋਈ ਉਹ ਅੰਦਰ ਖਾਤੇ ਚੱਲ ਸਕਦਾ, ਕਾਉਂਸਲਰ ਨਹੀਂ ਅੰਦਰ ਖਾਤੇ ਚੱਲ ਸਕਦਾ। ਕਾਉਂਸਲਰ ਦਾ ਤੇ ਇੱਕ ਦਿਨ 'ਚ 1 ਘੰਟੇ 'ਚ ਪਤਾ ਲੱਗ ਜਾਣਾ ਵੀ ਉਹ ਕਿੱਧਰ ਹੈਲਪ ਕਰ ਰਿਹਾ। ਬਾਕੀ ਤੁਹਾਡਾ ਇਹ ਕਹਿਣਾ ਕਿ ਤੁਸੀਂ ਜਿਹੜੀ ਪਿਛਲੀ ਇਲੈਕਸ਼ਨ 2017 ਦੀ ਤੁਸੀਂ ਅਨਿਲ ਜੋਸ਼ੀ ਦੀ ਹੀ ਉਦੋਂ ਬੰਦੀ? ਬਿਲਕੁਲ ਜੀ, ਬਿਲਕੁਲ। ਪਰ ਤੁਸੀਂ ਉਦੋਂ ਕਾਂਗਰਸੀ ਸੀ? ਹਾਂਜੀ ਬਿਲਕੁਲ। ਨਹੀਂ, ਮੈਂ ਪਾਰਟੀ ਨਾਲ ਨਹੀਂ ਭਾਜੀ ਜੁੜਿਆ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਆਜ਼ਾਦ ਹੀ ਜਿੱਤਿਆ ਸੀ। ਮੈਂ ਸਿਰਫ ਪਬਲਿਕ ਦੇ ਜੋਸ਼ੀ ਸਾਹਿਬ ਦੀ ਇਲੈਕਸ਼ਨ 17 'ਚ ਹੁੰਦੀ ਪਈ ਆ, ਕੌਂਸਲ ਦੀ ਇਲੈਕਸ਼ਨ 18 'ਚ ਹੁੰਦੀ ਪਈ ਹੈ। ਮੈਂ 17 ਦੀ ਗੱਲ ਕਰ ਰਿਹਾ, 2017 ਦੀ, 1 ਸਾਲ ਪਹਿਲਾਂ ਦੀ। ਹਾਂ ਨਹੀਂ, ਉਦੋਂ ਮੈਂ ਜੋਸ਼ੀ ਸਾਹਿਬ ਦੀ ਮਤ ਕੀਤੀ ਸੀ, ਮਤ ਇਹਨਾਂ ਦੀ ਕੀਤੀ ਸੀ।
ਬਾਕੀ ਮੈਂ ਆਜ਼ਾਦ ਹੀ ਜਿੱਤਿਆ ਸੀਗਾ, ਆਜ਼ਾਦ ਜਿੱਤ ਕੇ ਫਿਰ ਮੈਂ ਕਾਂਗਰਸ 'ਚ ਸ਼ਾਮਲ ਹੋਇਆ। ਇਹ ਤੁਸੀਂ ਤੁਹਾਡਾ ਇਹ ਕਹਿਣਾ ਹੈ ਕਿ ਮੈਨੂੰ ਐਮਐਲਏ ਸਾਹਿਬ ਤੋਂ ਕੋਈ ਫੰਡ ਦਿੱਤਾ ਨਹੀਂ ਗਿਆ, ਕਾਰਪੋਰੇਸ਼ਨ ਰਾਹੀਂ ਜਾਂ ਆਪਣੇ ਸੋਰਸਸ ਰਾਹੀਂ ਕਿਸ ਤਰੀਕੇ ਨਾਲ ਤੁਸੀਂ ਕੰਮ ਕਰਾਏ, ਤੁਹਾਡੀ ਵਾਰਡ ਦੇ ਵਿੱਚ ਫਿਰ ਕਿਹੜਾ ਵਿਕਾਸ ਕਾਰਜ ਹੈ ਜਿਹੜਾ ਕਰੋਗੇ, ਕਿਹੜੇ ਹੋ ਚੁੱਕੇ ਨੇ ਤੇ ਕਿਹੜੇ ਰਹਿ ਗਏ ਨੇ? ਮੈਂ ਆਪਣੇ ਏਰੀਏ 'ਚ ਮਤਲਬ ਕਾਰਪੋਰੇਸ਼ਨ ਥਰੂ ਕੰਮ ਕਰਾਏ ਆ। ਸਾਡੇ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੀ, ਚਲੋ ਭਾਵੇਂ ਉਹ ਵੀ ਕਾਂਗਰਸੀ ਨੇ, ਪਰ ਉਹਨਾਂ ਥਰੂ ਵੀ ਮੈਂ ਕਾਫੀ ਕੰਮ ਕਰਵਾਏ ਆ। ਮੈਂ ਆਪਣੀਆਂ ਜ਼ਿਆਦਾ ਨਹੀਂ, ਮੈਂ 90-95% ਆਪਣੀ ਵਾਰਡ ਦੇ ਕੰਮ ਕਰਾ ਲਏ ਆ। ਮਤਲਬ ਬਹੁਤ ਵਧੀਆ ਮੇਰੇ ਏਰੀਏ ਜਾ ਕੇ ਉਹਦੇ 'ਚ ਗਲੀਆਂ ਨਾਲੀਆਂ, ਸੀਵਰੇਜ, ਫਿਰ ਚੈਂਬਰ, ਵਾਟਰ ਸਪਲਾਈ, ਫਿਰ ਸਾਈਨ ਬੋਰਡ, ਫਿਰ ਸੀਮਟਡ ਡੈਕਸ ਹੁੰਦੇ ਆ ਉਹ ਜਿੱਥੇ ਜਿੱਥੇ ਲੋੜ ਮੰਦਰਾਂ ਗੁਰਦੁਆਰਿਆਂ 'ਚ, ਜਿੱਥੇ ਬਜ਼ੁਰਗਾਂ ਦੇ ਬਹਿਣ ਧੁੱਪ ਸ਼ਾਮ ਨੂੰ ਬਹਿਣ ਵਾਸਤੇ ਜਾਂ ਧੁੱਪੇ ਸਰਦੀਆਂ 'ਚ ਧੁੱਪੇ ਬਜ਼ੁਰਗ ਬਹਿ ਕੇ ਪੜ੍ਹਦੇ ਆ ਅਖਬਾਰ, ਉਹ ਸਿਮਟਡ ਡੈਕਸ ਹੁੰਦੇ ਆ, ਉਹ ਤੇ ਮੈਂ 200-250 ਲਵਾਇਆ। ਸਾਈਨ ਬੋਰਡ ਮਤਲਬ ਕਾਰਪੋਰੇਸ਼ਨ ਰਾਹੀਂ ਲਵਾਇਆ ਫਿਰ ਤੁਸੀਂ? ਹਾਂ, ਕਾਰਪੋਰੇਸ਼ਨ ਥਰੂ ਤੇ ਐਮਪੀ ਗੁਰਜੀਤ ਸਿੰਘ ਔਜਲਾ ਦੇ ਥਰੂ, ਉਹਨਾਂ ਦੇ ਥਰੂ ਲਵਾਏ ਆ। ਠੀਕ ਹੈ। ਤੇ ਮਤਲਬ ਕੰਮ ਮੇਰੇ ਸਾਰੇ ਹੋ ਗਏ ਆ। ਵਾਰਡ ਦਾ ਕੋਈ ਕੰਮ ਨਹੀਂ ਅਧੂਰਾ ਰਹਿ ਗਿਆ ਵੀ ਕੋਈ ਕੰਮ ਰਹਿ ਗਿਆ ਹੋਵੇ। ਫਿਰ ਮੰਦਰਾਂ ਗੁਰਦੁਆਰਿਆਂ 'ਚ ਗ੍ਰਾਂਟਾਂ ਵੀ ਲੱਗੀਆਂ ਵਾ। ਫਿਰ ਜਿਹੜੇ ਸਾਡੇ ਹਜੇ ਐਮਐਲਏ ਸਾਹਿਬ ਨੇ 1-2 ਮੰਦਰਾਂ 'ਚ ਗ੍ਰਾਂਟਾਂ ਉਹਨਾਂ ਨੇ ਅਨਾਉਂਸ ਕੀਤੀਆਂ ਸੀ, ਪਰ ਉਹ ਦਿੱਤੀਆਂ ਨਹੀਂ ਸੀ। ਤੇ ਉਹ ਵੀ ਫਿਰ ਕਈ ਮੰਦਰਾਂ 'ਚ ਹੀ ਆਪਣੇ ਹਿਸਾਬ ਨਾਲ ਜਦੋਂ ਅਨਾਉਂਸ ਹੋਇਆ ਸਰ ਗ੍ਰਾਂਟਾਂ, ਤੁਸੀਂ ਉਸ ਪ੍ਰੋਗਰਾਮ 'ਚ ਮੌਜੂਦ ਸੀ? ਹਾਂਜੀ ਬਿਲਕੁਲ, ਮੈਂ ਮੌਜੂਦ ਸੀ ਜੀ, ਉੱਥੇ ਮੌਜੂਦ ਸੀ। ਉਹ 2 ਲੱਖ ਰੁਪਇਆ ਅਨਾਉਂਸ ਕਰਕੇ ਗਏ ਸੀ ਵੀ ਬਰਸਾਤਾਂ ਖਤਮ ਹੁੰਦੀਆਂ ਤੇ ਆਪਾਂ ਕੰਮ ਸ਼ੁਰੂ ਕਰਾ ਦਾਂਗੇ, ਪਰ ਨਹੀਂ ਕਰਾਏ। ਫਿਰ ਉਹ ਆਹੀ ਆਪਣੇ ਮਤਲਬ ਸੰਸਥਾ ਨੇ ਰਲ ਕੇ ਉਹਨਾਂ ਦੇ ਨਾਲ ਕੁਝ ਆਪਣੇ ਕੋਲੋਂ ਘਰ ਕਰਾ ਕੇ ਹੀ ਟਾਈਲਾਂ ਟੋਲਾਂ ਮੰਦਰ 'ਚ ਕਾਫੀ ਕੰਮ ਕਰਵਾਇਆ। ਫਿਰ ਵੀ ਤੁਹਾਡੇ ਵੱਲੋਂ ਅੰਮ੍ਰਿਤਸਰ ਨਾਰਥ ਦੇ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ? 2022 ਦੀ ਇਲੈਕਸ਼ਨ ਜਿਹੜੀ ਆ ਬਿਲਕੁਲ ਸਿਰ ਤੇ ਤਿਆਰ ਹੈ। ਮੈਂ ਤੇ ਆਪਣੇ ਵਾਰਡ ਵਾਸੀਆਂ ਨੂੰ, ਪੂਰੇ ਹਲਕਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤੁਸੀਂ ਕੰਮ ਦੇਖੋ ਵੀ ਜਿਵੇਂ ਜੋ ਉਹਦੇ ਕੰਮ ਹੋਏ ਆ ਪਿਛਲੇ 5 ਸਾਲ ਪਿੱਛੇ ਚੱਲ ਜਾਓ ਵੀ ਉਦੋਂ ਦੇ ਜੋ ਕੰਮ ਹੋਏ ਆ, 88 ਫੁੱਟ ਰੋਡ ਲਾ ਲਓ, ਹੋਰ ਜਿੰਨੀਆਂ ਵੀ ਆ ਬਿਜਲੀ ਦੀਆਂ ਤਾਰਾਂ ਹੁੰਦੀਆਂ ਸੀ ਮੇਰੀ ਵਾਰਡ ਦੇ ਤੋਂ ਤਕਰੀਬਨ ਸਾਰੇ ਏਰੀਏ 'ਚੋਂ ਲੰਘਦੀਆਂ ਸੀ, ਉਹ ਤਾਰਾਂ ਵੀ ਉਹਨਾਂ ਨੇ ਹਟਾਈਆਂ। ਬੜੇ ਵੱਡੇ ਕੰਮ ਜਿਹੜੇ ਉਦੋਂ ਅਨਿਲ ਜੋਸ਼ੀ ਨੇ ਕਰਾਏ ਆ, ਉਹ ਕੰਮ ਦੇਖ ਲਓ ਤੇ ਆਹ ਕੰਮ ਦੇਖ ਲਓ। ਲੋੜ ਹੀ ਨਹੀਂ ਕੋਈ ਝੂਠ ਬੋਲਣ ਦੀ ਜਾਂ ਕੁਛ ਕਰਨ ਦੀ, ਸਿਰਫ ਤੁਸੀਂ ਪਬਲਿਕ ਸਿਆਣੀ ਆ। ਅੱਜ ਕੱਲ੍ਹ ਲੋਕੀ, ਮੈਨੂੰ ਆਪ ਅੱਜ ਵੀ ਇੱਕ ਪਰਿਵਾਰ ਮਿਲਿਆ ਸੀ, ਉਹਦੇ ਪਿਛਲੇ 5 ਸਾਲ ਅਸੀਂ ਗਲਤੀ ਕੀਤੀ ਸੀ, ਐਰਕੇ ਆਪਾਂ ਗਲਤੀ ਨਹੀਂ ਕਰਨੀ। ਚਲੋ, ਇਹ ਸਰ ਜੀ ਅੰਮ੍ਰਿਤਸਰ ਨਾਰਥ ਵਿੱਚ ਪੈਂਦੀ ਵਾਰਡ 14 ਨੰਬਰ ਦੇ ਕੌਂਸਲਰ ਸ਼੍ਰੀ ਅਸ਼ਵਨੀ ਕੁਮਾਰ, ਜੋ ਕਿ ਨਵੀਂ ਭਗਤ ਜੀ ਦੇ ਨਾਮ ਨਾਲ ਮਸ਼ਹੂਰ ਨੇ ਆਪਣੀ ਵਾਰਡ ਦੇ ਵਿੱਚ, ਆਪਣੇ ਹਲਕੇ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ। ਕੱਲ੍ਹ ਦਾ ਇਹਨਾਂ ਨੇ ਪਲਟਾ ਮਾਰ ਕੇ ਪਾਰਟੀ ਆਪਣੀ ਕਾਂਗਰਸ ਨੂੰ ਅਲਵਿਦਾ ਬੋਲ ਕੇ ਕੁਝ ਕੰਮਾਂ ਦੇ ਆਧਾਰ 'ਤੇ ਇਹਨਾਂ ਦਾ ਕਹਿਣਾ ਕਿ ਮੇਰੇ ਕੰਮ ਜਿਹੜੇ ਸਨ ਮੌਜੂਦਾ ਐਮਐਲਏ ਸਾਹਿਬ ਨੂੰ ਨਹੀਂ ਸਨ ਕੀਤੇ ਗਏ, ਉਸ ਨਾਰਾਜ਼ਗੀ ਦੇ ਤਹਿਤ ਮੈਂ ਪਾਰਟੀ ਨੂੰ ਅਲਵਿਦਾ ਬੋਲ ਕੇ ਤੇ ਅਕਾਲੀ ਦਲ ਦਾ ਪੱਲਾ ਫੜਿਆ। ਸ਼੍ਰੀ ਅਨਿਲ ਜੋਸ਼ੀ ਦੀ ਅਗਵਾਈ ਦੇ ਵਿੱਚ ਇਹ ਕੱਲ੍ਹ ਪਾਰਟੀ 'ਚ ਸ਼ਾਮਲ ਹੋਏ ਨੇ। ਪਾਰਟੀ 'ਚ ਸ਼ਾਮਲ ਹੋਣ ਦੀ ਦੇਰ ਹੀ ਸੀ ਕਿ ਮੀਡੀਆ ਦੇ, ਸੋਸ਼ਲ ਮੀਡੀਆ ਦੇ ਉੱਤੇ ਇੱਕਦਮ ਨਵੀਂ ਭਗਤ ਦੇ ਨਾਮ ਦੀ ਹਵਾ ਫੈਲ ਜਾਂਦੀ ਹੈ। ਇਹੋ ਕਾਰਨ ਹੈ ਕਿ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਹਾਂ ਵੀ ਕੀ ਕਾਰਨ ਸੀ ਕਿ ਪਾਰਟੀ ਨੂੰ ਅਲਵਿਦਾ ਬੋਲ ਕੇ ਦੂਜੀ ਪਾਰਟੀ 'ਚ ਆਏ ਆ। ਬੜੇ ਸਾਫ਼ ਸੁਥਰੀ ਤੇ ਇੱਕ ਸੱਚੇ ਇਨਸਾਨ ਵਾਂਗੂ ਇਹਨਾਂ ਨੇ ਮੀਡੀਆ ਦੇ ਸਾਹਮਣੇ ਬੇਬਾਕ ਹੋ ਕੇ ਗੱਲਾਂ ਧਰੀਆਂ ਨੇ। ਕਾਰਪੋਰੇਸ਼ਨ ਰਾਹੀਂ ਮੈਂ ਜਿਹੜੇ ਸਨ ਕੰਮ ਆਪਣੀ ਵਾਰਡ ਦੇ ਕਰਵਾਉਂਦਾ ਰਿਹਾ। ਕਰਮਜੀਤ ਸਿੰਘ ਮਿੰਟੂ ਰੇਡ ਮੇਅਰ ਸਾਹਿਬ ਦਾ ਨਾਮ ਲਿਆ ਕਿ ਉਹਨਾਂ ਰਾਹੀਂ ਮੇਰਾ ਜਿਹੜਾ ਕੰਮ ਸਨ ਮੈਂ ਆਪਣੀ ਵਾਰਡ ਦੇ ਕਰਵਾਉਂਦਾ ਰਿਹਾ ਵਾਂ। ਇਹਨਾਂ ਦਾ ਇਹ ਵੀ ਕਹਿਣਾ ਵਾ ਕਿ ਬੇਸ਼ੱਕ ਮੈਂ 17 'ਚ ਭਾਵੇਂ ਕਾਂਗਰਸ ਪਾਰਟੀ ਦੇ ਵਿੱਚ ਹੀ ਸਨ, ਪਰ ਅਨਿਲ ਜੋਸ਼ੀ ਦੇ ਨਾਲ ਮੈਂ ਦਿਲੋਂ ਜੁੜਿਆ ਸਾਂ। ਉਹਨਾਂ ਦੀ ਛਵੀ ਨੂੰ, ਉਹਨਾਂ ਦੇ ਚਿਹਰੇ ਨੂੰ ਮੈਂ 17 ਦੇ ਵਿੱਚ ਉਹਨਾਂ ਦੀ ਮਦਦ ਕੀਤੀ ਸੀ ਤੇ ਹੁਣ 18 ਦੇ ਵਿੱਚ ਤਾਂ ਅਕਾਲੀ ਦਲ ਦੇ ਵਿੱਚ ਹੀ ਆ ਕੇ ਇਹ ਸ਼ਰੇਆਮ ਬੂਥਾਂ ਦੇ ਉੱਤੇ ਬਹਿਣਗੇ ਵੀ ਤੇ ਖਿਲਾਉਣਗੇ ਵੀ। ਇਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੀ 1 ਮਹੀਨਾ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੁਨੀਲ ਦੱਤੀ ਜੀ ਦੇ ਖਿਲਾਫ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮੈਂ ਸ਼ਾਮਲ ਸਾਂ। ਅਸੀਂ ਪਾਰਟੀ ਦਾ ਕੈਂਡੀਡੇਟ ਚੇਂਜ ਕਰਨਾ ਚਾਹੁੰਦੇ ਸਾਂ, ਪਰ ਪਾਰਟੀ ਨੇ ਕੈਂਡੀਡੇਟ ਚੇਂਜ ਨਹੀਂ ਕੀਤਾ ਤੇ ਇਹ ਵਜ੍ਹਾ ਵਾ ਕਿ ਅਸੀਂ ਨਾਰਾਜ਼ ਹੋ ਕੇ ਜਾਂ ਆਪਣੇ ਕੰਮਾਂ ਦੇ ਆਧਾਰ ਜਿਹੜੀ ਮੇਰੀ ਵਾਰਡ ਦੇ ਕੰਮ ਨਹੀਂ ਹੋਏ ਉਹਨਾਂ ਨੂੰ ਮੁੱਖ ਰੱਖ ਕੇ ਮੈਂ ਅਕਾਲੀ ਦਲ ਦਾ ਪੱਲਾ ਫੜ ਲਿਆ। ਕੈਮਰਾਮੈਨ ਹੰਸਪ੍ਰੀਤ ਦੇ ਨਾਲ ਪਰਮਜੀਤ ਸਿੰਘ, ਚੈਨਲ ਲਿਖੇ।